ਮੰਗਲ ਮਾਹ ਪੜਾ ਹਰ ਗੁਣ ਅੰਕ ਸਮਾਵਈ ਗੁਣਵੰਤੀ ਗੁਣ ਰਵੈ ਮੈਂ ਪੇਰ ਨਿਹਚਲ ਭਾਵੈ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭੁ ਭਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣਾ ਰਾਮ ਨਾਮ ਦੁਖ ਭਾਗੈ ਨਾਨਕ ਸਾਧਨ ਨਾਮ ਪਿਆਰੀ ਆਭ ਭਗਤੀ ਪਿਰ ਆਗੈ ਗੀਤ ਨਾਦ ਕਵਿਤ ਕਵੇ ਸੁਣਾ ਰਾਮ ਨਾਮ ਦੁਖ ਭਾਗੈ ਨਾਨਕ ਸਾਧਨ ਨਾਮ ਪਿਆਰੀ ਆਭ ਭਗਤੀ ਪਿਰ ਆਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤ ਨੇ ਬੜੇ ਸਤਿਕਾਰ ਸਹਿਤ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਮਹਾਰਾਜ ਤਿਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਰਾਗ ਤੁਖਾਰੀ ਦੇ ਵਿੱਚੋਂ 12 ਮਾਹ, ਜਿਸ ਦੀ ਲੜੀਵਾਰ ਕਥਾ ਵਿਚਾਰ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਆਪਾਂ ਸਾਰੇ ਹੀ ਰਲ ਮਿਲ ਕੇ ਸਮਝਣ ਦਾ ਵਿਚਾਰਨ ਦਾ ਯਤਨ ਕਰਦੇ ਹਾਂ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦੇ ਵਿੱਚੋਂ 13ਵਾਂ ਪਦਾ ਪਾਠ ਰੂਪ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ, ਜੋ ਕਿ ਦੇਸੀ ਮਹੀਨਿਆਂ ਦੇ ਵਿੱਚੋਂ ਮੱਘਰ ਮਹੀਨੇ ਦੇ ਸੰਕੇਤ ਨੂੰ ਵਰਤ ਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਮਨੁੱਖ ਸੁਰਤੀ ਕਰਕੇ ਜਿਸ ਚੀਜ਼ ਨਾਲ ਆਪਣਾ ਸੰਬੰਧ ਜੋੜੀ ਰੱਖਦਾ ਹੈ, ਉਸੇ ਚੀਜ਼ ਦਾ ਪ੍ਰਭਾਵ ਮਨੁੱਖ ਦੇ ਸੁਭਾਅ ਉੱਤੇ, ਮਨੁੱਖ ਦੇ ਕਰਮ ਉੱਤੇ, ਮਨੁੱਖ ਦੇ ਜੀਵਨ ਉੱਤੇ ਪੈ ਜਾਂਦਾ ਹੈ। ਉਸੇ ਤਰ੍ਹਾਂ ਦਾ ਹੀ ਮਨੁੱਖ ਦੇ ਅੰਦਰ ਵਿਹਾਰ ਬਣ ਜਾਂਦਾ ਹੈ, ਜਿਸ ਨੂੰ ਸਤਿਗੁਰੂ ਆਖਦੇ ਹਨ, ਜੇ ਹੀ ਸੁਰਤ ਤੇ ਹੈ ਰਾਜ ਹੈ। ਜਿਸ ਮਨੁੱਖ ਦੇ ਮਨ ਅੰਦਰ ਹਰ ਵੇਲੇ ਕਿਸੇ ਵਿਕਾਰ ਔਗਣ ਦਾ, ਮਾੜੀ ਚੀਜ਼ ਦਾ ਚਿੰਤਨ ਚੱਲਦਾ ਰਹੇਗਾ, ਉਸ ਦੀ ਬਿਰਤੀ, ਉਸ ਦੇ ਖਿਆਲ, ਉਸ ਦੇ ਕਰਮ ਵੀ ਉਹੋ ਜਿਹੇ ਬਣ ਜਾਣਗੇ ਜਿਸ ਨੂੰ ਸਤਿਗੁਰੂ ਆਪਣੀ ਮੁਬਾਰਕ ਬਾਣੀ ਵਿੱਚ ਆਖਦੇ ਨੇ, ਜੈਸਾ ਸੇਵੈ ਤੈਸੋ ਹੋਏ। ਇਹ ਦੋ ਗੁਰਬਾਣੀ ਦੇ ਮਹਾਵਾਕ ਬੜੇ ਅਹਿਮ ਔਰ ਬੜੇ ਕੀਮਤੀ ਹਨ, ਜੋ ਸਾਡੇ ਜੀਵਨ ਦੀ
ਸਹੀ ਮਾਇਨਿਆਂ ਦੇ ਵਿੱਚ ਤਰਤੀਬ ਬਿਆਨ ਕਰਦੇ ਹਨ। ਇੱਕ ਤਾਂ ਇਹ ਕਿ ਸੁਰਤ ਜਿਸ ਪਾਸੇ ਲੱਗੀ ਹੈ ਜੀਵਨ ਦਾ ਵਿਹਾਰ ਉਹੋ ਜਿਹਾ ਬਣ ਜਾਂਦਾ ਹੈ। ਦੂਸਰਾ ਇਹ ਕਿ ਜਿਸ ਚੀਜ਼ ਦਾ ਅਸੀਂ ਚਿੰਤਨ ਕਰਦੇ ਹਾਂ ਉਹੋ ਜਿਹੀ ਅਸੀਂ ਆਪ ਖੁਦ ਹੋ ਜਾਂਦੇ ਹਾਂ, ਖੁਦ ਬਣ ਜਾਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਸੇ ਕਰਕੇ ਹੀ ਸਾਨੂੰ ਇਹ ਉਪਦੇਸ਼ ਦਿੰਦਿਆਂ ਹੋਇਆਂ ਜਦੋਂ ਸਤਿਗੁਰੂ ਕਹਿੰਦੇ ਨੇ ਕਿ ਹੇ ਭਾਈ ਉਸ ਅਕਾਲ ਪੁਰਖ ਨਾਲ ਜੁੜੋ, ਕਰਤੇ ਨਾਲ ਸਾਂਝ ਬਣਾਓ, ਤੇ ਨਾਲ ਇਹ ਵੀ ਕਹਿੰਦੇ ਨੇ ਕਿ ਉਸ ਕਰਤੇ ਨਾਲ ਜੁੜਨ ਦੀ ਗੱਲ ਕਰਦਿਆਂ ਹੋਇਆਂ ਜਿਹੜੇ ਮੁੱਢਲੇ ਅਹਿਮ ਨਿਯਮ ਹਨ ਕਿ ਉਸ ਰੱਬ ਦੇ ਪ੍ਰਤੀ ਤੁਹਾਡੇ ਅੰਦਰ ਗੁਰੂ ਆਪਣੇ ਉਪਦੇਸ਼ ਰਾਹੀਂ ਜੋ ਜਾਣ ਪਛਾਣ ਪੈਦਾ ਕਰਦਾ ਹੈ, ਫਿਰ ਉਸ ਕਰਤੇ ਦੇ ਗੁਣਾਂ ਦਾ ਗੁਰਬਾਣੀ ਦੇ ਰਾਹੀਂ ਜ਼ਿਕਰ ਕਰਕੇ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਉਸ ਰੱਬ ਵਿੱਚ ਕੀ ਗੁਣ ਹਨ, ਕੀ ਖੂਬੀਆਂ ਹਨ, ਅਤੇ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਗੁਣਾਂ ਦਾ, ਉਹਨਾਂ ਵਡਿਆਈਆਂ ਦਾ ਕਿਵੇਂ ਚਿੰਤਨ ਕਰਨਾ ਹੈ। ਜਦੋਂ ਆਪ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ ਤਾਂ ਉਸ ਵਿੱਚ ਦਾਤਾਰ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪੰਕਤੀ ਆਪ ਪੜ੍ਹਦੇ ਹੋ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵੇਣ ਗੁਣ ਕੀਤੇ ਭਗਤ ਨਾ ਹੋਏ। ਹੇ ਮੇਰੇ ਅਕਾਲ ਪੁਰਖ ਜੀ, ਤੇਰੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤੇ ਬਿਨਾਂ ਤੇਰੀ ਭਗਤੀ ਹੋ ਹੀ ਨਹੀਂ ਸਕਦੀ। ਭਾਵ ਇਹ ਕਿ ਗੁਰੂ ਜੋ ਤੇਰੇ ਵਿੱਚ ਗੁਣ ਬਿਆਨ ਕਰਦਾ ਹੈ, ਉਹਨਾਂ ਗੁਣਾਂ ਦਾ ਚਿੰਤਨ ਕੀਤੇ ਬਿਨਾਂ, ਉਹਨਾਂ ਨਾਲ ਪ੍ਰੇਮ ਮੁਹੱਬਤ ਤੇ ਸਾਂਝ ਬਣਾਏ ਬਿਨਾਂ ਜੀਵਨ ਦੀ ਤੇਰੀ ਇਬਾਦਤ ਹੋ ਹੀ ਨਹੀਂ ਸਕਦੀ। ਸੰਸਾਰ ਦੇ ਅੰਦਰ ਉਹਦੀ ਇਬਾਦਤ ਤੇ ਉਹਦੀ ਭਗਤੀ ਦੇ ਅਣਗਿਣਤ ਹੀ ਢੰਗ ਪ੍ਰਚਲਿਤ ਨੇ। ਕਿਸੇ ਨੇ ਕੇਵਲ ਸਰੀਰ ਨੂੰ ਤਪਾ ਕੇ ਖਪਾ ਕੇ ਹਠ ਯੋਗ ਦੇ ਨਾਲ, ਕਿਸੇ ਨੇ ਤਿਆਗ ਨਾਲ, ਕਿਸੇ ਨੇ ਹੋਰ ਕਰਮਕਾਂਡੀ ਤਰੀਕੇ ਦੇ ਨਾਲ ਉਸ ਸੱਚ ਨੂੰ ਖੋਜਣ ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਗੁਰਬਾਣੀ ਦਾ ਸਿਧਾਂਤ ਬੜਾ ਅਲੱਗਾ ਔਰ ਬੇਸ਼ਕੀਮਤੀ ਹੈ। ਇਸ ਵਿੱਚ ਨਾ ਹਠ ਯੋਗ ਹੈ, ਨਾ ਇਹ ਕਰਮਕਾਂਡੀ ਮਾਰਗ ਹੈ, ਤੇ ਨਾ ਹੀ ਇਸ ਰਾਹ ਦੇ ਉੱਤੇ ਤੁਰਨ ਵਾਸਤੇ ਸਾਨੂੰ ਬਾਕੀ ਜ਼ਿੰਮੇਵਾਰੀਆਂ ਤਿਆਗਣੀਆਂ ਪੈਂਦੀਆਂ ਹਨ। ਇੱਥੇ ਅਸੀਂ ਜੀਵਨ ਦੇ ਸਾਰੇ ਪਹਿਲੂਆਂ ਨੂੰ ਬਰਾਬਰ ਰੱਖਦਿਆਂ ਹੋਇਆਂ ਘਰ ਨੂੰ, ਪਰਿਵਾਰ ਨੂੰ, ਦੁਨੀਆਦਾਰੀ ਨੂੰ, ਆਪਣੀ ਕਿਰਤਕਾਰ ਨੂੰ ਸਭ ਕੁਝ ਨਿਭਾਉਂਦਿਆਂ, ਆਪਣੇ ਇਸ ਸਰੀਰ ਦੀ ਪਾਲਣਾ ਕਰਦਿਆਂ ਉਸ ਕਰਤੇ ਦੀ ਇਬਾਦਤ ਤੇ ਬੰਦਗੀ ਬੜੇ ਸੁਖੈਨ ਢੰਗ ਨਾਲ ਕਰ ਸਕਦੇ ਹਾਂ। ਔਰ ਉਸ ਦਾ ਜੋ ਢੰਗ, ਉਸ ਦੀ ਜੋ ਜੁਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ, ਉਹ ਹੈ ਗੁਰੂ ਦੇ ਉਪਦੇਸ਼ ਰਾਹੀਂ ਉਸ ਕਰਤੇ ਨੂੰ ਜਾਣਨਾ ਤੇ ਉਸ ਨਾਲ ਆਪਣੀ ਸੁਰਤੀ ਦੀ, ਮਨ ਦੀ ਸਾਂਝ ਬਣਾਉਣ ਵਾਸਤੇ ਯਤਨਸ਼ੀਲ ਹੋਣਾ। ਇਹ ਕਰਮ ਅਸੀਂ ਆਪਣੀ ਕਿਰਤ ਕਰਦਿਆਂ ਹੋਇਆਂ ਵੀ ਕਰ ਸਕਦੇ ਹਾਂ। ਸਿੱਖ ਦਾ ਪਹਿਲਾ ਮਾਰਗ ਹੈ ਕਿ ਉਸਨੇ ਗੁਰਬਾਣੀ ਵਿੱਚੋਂ ਅਕਾਲ ਪੁਰਖ ਦੇ ਗੁਣਾਂ ਨੂੰ ਜਾਣਨਾ ਹੈ, ਜਿਉਣਾ ਹੈ। ਗੁਰਬਾਣੀ ਜੀ ਲਈ ਤੇ ਸਮਝੋ ਰੱਬ ਦੇ ਗੁਣ ਜੀ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਚਾਰਨ ਕਰਨ ਵਾਲੇ ਮਹਾਨ ਪੁਰਖਾਂ ਨੇ ਆਖਿਆ ਕਿ ਅਸੀਂ ਜੋ ਕੁਝ ਵੀ ਕਹਿ ਰਹੇ ਹਾਂ ਉਹ ਰੱਬ ਦੀ ਵਡਿਆਈ ਵਿੱਚ ਕਹਿ ਰਹੇ ਹਾਂ, ਰੱਬ ਦੀ ਸਿਫਤ ਵਿੱਚ ਆਖ ਰਹੇ ਹਾਂ। ਤੋ ਇਹ ਰੱਬ ਦੀ ਵਡਿਆਈ ਨੂੰ, ਰੱਬ ਦੀ ਸਿਫਤ ਨੂੰ ਹੰਡਾਉਣਾ ਆਪਣੇ ਜੀਵਨ ਦੇ ਵਿੱਚ, ਇਹੀ ਉਸ ਰੱਬ ਦੀ ਭਗਤੀ ਨੂੰ, ਰੱਬ ਦੀ ਇਬਾਦਤ ਨੂੰ ਆਪਣੇ ਜੀਵਨ ਵਿੱਚ ਹੰਡਾ ਲੈਣਾ ਹੈ। ਔਰ ਦੂਸਰਾ ਪੱਖ ਇਹ ਹੈ ਕਿ ਜਿਸ ਵੀ ਚੀਜ਼ ਨਾਲ ਸਾਨੂੰ ਲਗਾਵ ਹੈ, ਜ਼ਰੂਰ ਉਸ ਦਾ ਕੋਈ ਨਾ ਕੋਈ ਪ੍ਰਭਾਵ ਸਾਡੇ ਜੀਵਨ ਉੱਤੇ ਪੈਂਦਾ ਹੈ। ਰੱਬੀ ਜੀਵਨ ਜਿਉਣ ਵਾਸਤੇ, ਜਿਸ ਨੂੰ ਧੰਨ ਗੁਰੂ ਨਾਨਕ ਮਹਾਰਾਜ ਨੇ ਸਚਿਆਰਾ ਜੀਵਨ ਆਖਿਆ, ਔਰ ਇੱਕ ਨੁਕਤਾ ਅਸੀਂ ਮੁੱਢਲੇ ਰੂਪ ਵਿੱਚ ਜਾਣ ਲੈਣਾ, ਉਹ ਇਹ ਕਿ ਗੁਰੂ ਨਾਨਕ ਮਹਾਰਾਜ ਨੇ ਸਾਡਾ ਇੱਕ ਬਹੁਤ ਵੱਡਾ ਭਰਮ, ਬਹੁਤ ਵੱਡਾ ਭੁਲੇਖਾ ਪਹਿਲਾਂ ਹੀ ਦੂਰ ਕਰ ਦਿੱਤਾ। ਉਹ ਇਹ ਸੀ ਕਿ ਰੱਬ ਦੀ ਕਰਤੇ ਦੀ ਸਿਫਤੋ ਸਲਾਹ, ਜੋ ਦੇ ਗੁਣ ਹਨ, ਉਹਨਾਂ ਗੁਣਾਂ ਦਾ ਚਿੰਤਨ ਕਰਦਿਆਂ ਹੋਇਆਂ ਜਗਿਆਸੂ ਨੇ ਇਹ ਨਹੀਂ ਸੋਚਣਾ ਵੀ ਮੇਰੇ ਗਾਏ ਹੋਏ, ਮੇਰੇ ਕਹੇ ਹੋਏ ਜਾਂ ਮੇਰੇ ਚੰਗੇ ਸੋਚਣ ਦੇ ਨਾਲ ਮੈਂ ਕੋਈ ਰੱਬ ਦੀ ਗੱਲ ਕਰਕੇ ਰੱਬ ਉੱਤੇ ਅਹਿਸਾਨ ਕਰ ਰਿਹਾ ਹਾਂ। ਜਿਵੇਂ ਕਿ ਸਾਡੇ ਮਨ ਅੰਦਰ ਇਹ ਭਾਵਨਾ ਪੈਦਾ ਹੋ ਜਾਂਦੀ ਹੈ
कि मैं रब रब कीता है, मैं बाणी पढ़ी है, मैं रब बारे गल कीती है, तो ये नाल मैं बहुत वड्डा कोई रब दे उत्ते एहसान कर लिया, बहुत वड्डा कोई कर्म कर दिता, बहुत वड्डा उपकार रब दे उत्ते कर दिता। इस बारे गुरु पातशाह एक भुलेखा साडे मन दा कढदियां कहिंदे ने, करते दे गुण गाउण दा भाव है अपने जीवन नूं उहदे गुणां विच रंग लैणा। जे तू कथेगा तो इहदा मतलब ये नहीं भी तेरे कहण नालों वड्डा हो जाएगा, जे तू नहीं आखेगा तो इहदा मतलब ये नहीं भी तेरे ना कहण नाल उहदी हस्ती नूं कोई फर्क पै जांदा। जे सब मिल के आखण पाहे वड्डा ना होवे, घाट ना जाए, ना तेरे कहण नालों वड्डा हो रहा ते ना तेरे चुप रहण नालों ने छोटे हो जाने। उहदी हस्ती ते जिस तरह की है उसे तरह की ही रहेगी। पर फिर सतगुरु नूं पुछिए महाराज जे ये भी गल नहीं ते गुण गाउण वाले नूं इस विचों की नफा है? तो हजूर उस बाबत जिक्र करदे बाणी विच कहिंदे ने, सदा आनंद रहें दिन राती गुण कह गुणी समावणे। गुण कथन करने वाले ने उन्हां गुणां नूं अपने जीवन विच साकार करना है, उसे तरह ही जिउणा है और उन्हां गुणां दा रूप हो जाता है, उन्हां गुणां दा रूप बन जाता है। याद रहे जो उस करते दे प्रति अकाल पुरख दे प्रति जो फलसफियां दे विच बयान किया गया, जदों फलसफियां नूं लोक हंडाउण लग पए कि जो रब दे प्रति ख्याल सन उन्हां नूं जीण लग पए, तो लोकाई दे जीवन दे विच भी ओहो जिहियां चीज़ां ही वस गईयां जिस ढंग दे नाल ओह रब नूं जाणदे सन, बुझदे सन, जिउंदे सन। किसी मूर्त रूप विच रब नूं चितर के उसकी पूजा करन वाले भी एक मूर्त वांग ही सदा विहार करते रहे ने। जिस ढंग की उन्हां दी पूजा प्रतिष्ठा सी उसे ढंग दे नाल, क्योंकि असीं जदों ये मान लैंदे आ भी रब ऐस भेटां नाल खुश हुंदा है तो उहनूं लालच दिओ, तो फिर जिहड़ा पूजा करने वाले उहदे अंदर दा लालच किवें मर सकदा है? वो भी उसे लालच की भेट ही चढ़ेगा, क्योंकि उहदा जिसकी वो पूजा कर रहा है जिस रब की, वो रब भी किसी लालच राही ही खुश किया जा सकता है। तो पूजा करने वाला पुजारी जिहड़ा है जां ऐसे रब नूं फॉलो करने वाला जिहड़ा है, खिमा करना वो लालची ना होवे तो सोचा ही नहीं जा सकता, क्योंकि इष्ट लालची है तो सेवक भी लालची है। जे इष्ट क्रोधी है तो सेवक भी क्रोधी है, जे इष्ट विच काम है तो सेवक विच भी कामना है, जे इष्ट दे विच स्वार्थ है वो वैर भाव कढ़दा है, तो पिछलग उहनूं फॉलो करने वाला उहदा फॉलोअर जिहड़ा है, उसका सेवक जिहड़ा है, उसकी पूजा करने वाला जिहड़ा है, वो इन्हां औगणां तो मुक्त कतई नहीं हो सकता। गुरबाणी ने करते दा जो रूप चितरिया वो निर्लेप किया उसने, सर्ब निवासी सदा अलेपा। अलेपा का मतलब होंदा है भी मेरे विच उहदी होंद है, मेरे च काम भी है, क्रोध भी है, लोभ भी है, मोह भी है, हंकार भी है, मेरे च उहदी होंद ते वसदी है, पर मेरे इन्हां सारे गुणां ते अवगुणां तो बहुत परे। निर्लेप कह दिता उसनूं। तो पुजारी ने जिहड़े रब धरती के उत्ते बनाए वो ना तो भुख तो रहत सन, ना काम तो रहत सन, ना क्रोध तो रहत सन, ना ईर्खा तो मुक्त सन, ना नफरत तो मुक्त सन। तो ज्यों ज्यों उन्हां दे उत्ते अपनी सुरत टिकाई गई, त्यों त्यों सुरत विच साडे ओहो ही दोष वापरदे रहे ते असीं उन्हां ही औगणां दे शिकार होंदे रहे। क्योंकि ये वचन पहलां गुरु ने कह दिता है, जैसा सेवै तैसो होए। जिसनूं तू याद करदा है, जिहदा तू स्मरण करदा है, चेता करदा है, जिहड़ा तेरी याद विच 24 घंटे रहिंदा है, तेरे जीवन विच लागू इंप्लीमेंट भी उही होएगा। इस वास्ते गुरु महाराज ने आख्या सब तो पहली गल भी उस करते बारे जान लईए भी वो निरभव है, निर्वैर है। ते वड्डी गल वो निरभव, निर्वैर, अजूनी ते सहभंग है। उसनूं असीं तुसीं रल के बना नहीं सकते, ना ही वो साडी कल्पना शक्ति का हिस्सा है, ना ही वो किसी जून में आया है, ना उन्होंने आपां रल के अपनी कला के राही घड़ सकते हैं। तो जो ऐसा करता है, जो सारी सिरजना करने वाला है, वो हुक्म नूं साजण वाला है, तो उहदे हुक्म मुताबक ही सबो कुछ चल रहा है। तो जिथे हुक्म प्रधान होएगा
ਉੱਥੇ ਸਾਡੇ ਲਾਲਚ ਨਾਲ ਕੁਦਰਤ ਦਾ ਕੋਈ ਨਿਯਮ ਬਦਲੇਗਾ ਨਹੀਂ, ਸਾਡੇ ਕਰਮ ਕਾਂਡ ਵਹਿਮ ਨਾਲ ਕੁਦਰਤ ਦਾ ਕੋਈ ਨਿਯਮ ਨਹੀਂ ਬਦਲੇਗਾ, ਕਿਉਂਕਿ ਇੱਕ ਹੁਕਮ ਹੈ ਜਿਹੜਾ ਸਭਨਾਂ ਉੱਤੇ ਲਾਗੂ ਹੈ। ਤੇ ਉਸ ਨਿਯਮ ਨੂੰ, ਉਸ ਕਾਨੂੰਨ ਨੂੰ ਅਸੀਂ ਤੁਸੀਂ ਆਪਣੀ ਚਤੁਰਾਈ, ਲਾਲਚ, ਲੋਭ ਨਾਲ ਜਾਂ ਕਰਮ ਕਾਂਡੀ ਮਾਇਆ ਜਾਲ ਨਾਲ ਤਬਦੀਲ ਨਹੀਂ ਕਰ ਸਕਦੇ। ਉਹ ਜਿਉਂ ਹੈ ਸੋ ਤੈਸਾ ਹੀ ਸਦੀਆਂ ਤੋਂ ਇਸੇ ਤਰ੍ਹਾਂ ਹੀ ਆਰੰਭ ਤੋਂ ਵਰਤ ਰਿਹਾ ਔਰ ਵਰਤਦਾ ਰਹੇਗਾ। ਤੋ ਸਾਡਾ ਜੀਵਨ ਤਦ ਸਫਲ ਹੈ, ਗੁਰੂ ਨੇ ਕਿਹਾ, ਜੇ ਅਸੀਂ ਉਹਦੇ ਹੁਕਮ ਨੂੰ ਮੰਨ ਲੈਂਦੇ ਹਾਂ, ਭਾਣੇ ਨੂੰ ਮਿੱਠਾ ਕਰਕੇ ਜੀ ਲੈਂਦੇ ਹਾਂ, ਵਰਨਾ ਹੋਰ ਕੋਈ ਢੰਗ, ਕੋਈ ਤਰੀਕਾ ਨਹੀਂ ਹੈ। ਤੋ ਜਿਨ੍ਹਾਂ ਨੇ ਆਪਣੇ ਇਸ਼ਟ ਨੂੰ ਕ੍ਰੋਧੀ ਸਾਬਤ ਕਰ ਲਿਆ, ਉਹਨਾਂ ਦੇ ਜੀਵਨ ਵਿੱਚ ਵੀ ਕ੍ਰੋਧ ਹੀ ਹਾਵੀ ਰਿਹਾ। ਜਿਨ੍ਹਾਂ ਨੇ ਆਪਣੀ, ਤੁਸੀਂ ਦੇਖੋ ਪੁਜਾਰੀ ਨੇ ਕੈਸੀਆਂ ਜੀਵ ਬਾਤਾਂ ਚਲਾ ਰੱਖੀਆਂ ਹਨ। ਇਹ ਸਭ ਕਾਰ ਸ਼ੈਤਾਨੀਆਂ ਜਿਹੜੀਆਂ ਹੁੰਦੀਆਂ ਨੇ, ਧਰਮ ਨੂੰ ਪ੍ਰਚਾਰਨ ਦਾ ਜ਼ਿੰਮਾ ਲੈਣ ਵਾਲੇ ਦੀਆਂ ਹੁੰਦੀਆਂ ਨੇ। ਜੇ ਮੈਂ ਕਹਾਂ ਕਿ ਜਿਸ ਇਸ਼ਟ ਨੂੰ ਮੈਂ ਮੰਨਦਾ ਹਾਂ ਉਹ ਤੁਹਾਡੀਆਂ ਦਿੱਤੀਆਂ ਬਲੀਆਂ ਨਾਲ ਖੁਸ਼ ਹੁੰਦਾ ਹੈ, ਤਾਂ ਖਿਮਾ ਕਰਨਾ, ਤੁਹਾਡੇ ਅੰਦਰੋਂ ਦਇਆ ਕਿੱਥੇ ਪੈਦਾ ਹੋਏਗੀ? ਕਿਉਂਕਿ ਪ੍ਰਚਾਰ ਤਾਂ ਮੈਂ ਉਸ ਚੀਜ਼ ਦਾ ਕਰ ਰਿਹਾ, ਜੇ ਮੇਰਾ ਇਸ਼ਟ ਬਲੀਆਂ ਲੈ ਕੇ ਖੁਸ਼ ਹੁੰਦਾ ਹੈ, ਖੂਨ ਪੀ ਕੇ ਖੁਸ਼ ਹੁੰਦਾ ਹੈ, ਤਾਂ ਫਿਰ ਫੋਲੋ ਕਰਨ ਵਾਲਿਆਂ ਨੂੰ ਜਾਂ ਜਿਨ੍ਹਾਂ ਨੂੰ ਮੈਂ ਪੂਜਾ ਕਰਨ ਵਾਲੇ ਪਾਸੇ ਪ੍ਰੇਰ ਰਿਹਾ ਹਾਂ, ਉਹਨਾਂ ਦੇ ਅੰਦਰ ਮੈਂ ਦਇਆ ਭਾਵ ਪੈਦਾ ਕਰ ਲਵਾਂ, ਇਹ ਤਾਂ ਹੋ ਹੀ ਨਹੀਂ ਸਕਦੀ ਗੱਲ। ਫਿਰ ਕੀ ਫੋਲੋਅਰ ਖੂਨ ਪੀ ਕੇ ਖੁਸ਼ ਨਹੀਂ ਹੋਣਗੇ? ਜ਼ਰੂਰ ਹੋਣਗੇ। ਤਿਨਾਂ ਦੇ ਮਨ ਅੰਦਰ ਵੀ ਹਿੰਸਾ ਦੀ ਭਾਵਨਾ, ਤਿਨਾਂ ਦੇ ਮਨ ਅੰਦਰ ਵੀ ਉਹ ਹੀ ਕ੍ਰੋਧ ਹਾਵੀ ਹੋਏਗਾ, ਔਰ ਉਹ ਵੀ ਦੂਸਰੇ ਦੀ ਵੱਢ ਟੁੱਕ ਹੁੰਦਿਆਂ ਕੋਈ ਵੀ ਆਪਣੇ ਮਨ ਅੰਦਰ ਨਿਰਾਸ਼ਾ, ਉਦਾਸੀ ਪੈਦਾ ਨਹੀਂ ਕਰ ਸਕਣਗੇ, ਉਹ ਵੀ ਸਗੋਂ ਖੁਸ਼ ਹੋਣਗੇ। ਸਦੀਆਂ ਤੋਂ ਇਹੀ ਤੇ ਚੱਲ ਰਿਹਾ। ਪੁਜਾਰੀ ਨੇ ਆਖਿਆ ਮੇਰਾ ਇਸ਼ਟ ਨਸ਼ਾ ਚਾਹੁੰਦਾ ਹੈ, ਪੁਜਾਰੀ ਨੇ ਆਖਿਆ ਮੇਰਾ ਇਸ਼ਟ ਬਲੀਆਂ ਚਾਹੁੰਦਾ ਹੈ, ਪੁਜਾਰੀ ਨੇ ਆਖਿਆ ਮੇਰੇ ਇਸ਼ਟ ਦੀ ਤੁਹਾਡੇ ਤੇ ਕਰੋਪੀ ਹੋ ਗਈ ਹੈ, ਜੇ ਇਸ ਕਰੋਪੀ ਨੂੰ ਤੁਸੀਂ ਦੂਰ ਕਰਨਾ ਤੇ ਇੰਨੀ ਭੇਟਾ ਤੇ ਆ ਪੂਜਾ ਤੇ ਆ ਮੰਤਰ ਪੜ੍ਹ ਦਿਓ, ਉਹ ਖੁਸ਼ ਹੋ ਜਾਏਗਾ। ਯਾਨੀ ਕਿ ਉਹ ਚਾਪਲੂਸੀ ਤੇ ਲਾਲਚ ਨਾਲ ਖੁਸ਼ ਹੋ ਜਾਂਦਾ ਹੈ। ਤਾਂ ਇਹੀ ਔਗਣ ਤਾਂ ਪਹਿਲਾਂ ਹੀ ਮਨੁੱਖ 'ਚ ਭਰੇ ਪਏ। ਤੋ ਇਸ਼ਟ ਕਿਵੇਂ ਵੱਖਰਾ ਹੋਇਆ ਬੰਦੇ ਨਾਲ? ਮਨੁੱਖ ਵੀ ਤਾਂ ਇਸੇ ਤਰ੍ਹਾਂ ਹੀ ਖੁਸ਼ ਹੋ ਜਾਂਦਾ ਹੈ। ਕਿਸੇ ਹੰਕਾਰੀ ਦੀ ਚਾਪਲੂਸੀ ਕਰ ਦਿਓ, ਖੁਸ਼ ਹੋ ਜਾਏਗਾ। ਕਿਸੇ ਦਾ ਸਵਾਰਥ ਪੂਰਾ ਕਰ ਦਿਓ, ਉਹ ਖੁਸ਼ ਹੋ ਜਾਏਗਾ। ਕਿਸੇ ਕ੍ਰੋਧੀ ਦੇ ਅੱਗੇ ਨਿਉ ਜਾਓ ਤੇ ਤੁਹਾਨੂੰ ਕਮਜ਼ੋਰ ਵੇਖ ਕੇ ਉਹਨੂੰ ਚਾਅ ਚੜ ਜਾਏਗਾ ਕਿ ਦੇਖਿਆ ਮੈਂ ਇਸ ਨੂੰ ਹਰਾ ਦਿੱਤਾ। ਇਹ ਸਾਰੇ ਹੀ ਦੋਸ਼ ਪੁਜਾਰੀ ਨੇ ਭਗਵਾਨ ਵਿੱਚ ਕੱਢੇ ਔਰ ਆਖਿਆ ਇਸੇ ਤਰ੍ਹਾਂ ਦਾ ਹੀ ਹੈ ਭਗਵਾਨ, ਇਸੇ ਤਰ੍ਹਾਂ ਦਾ ਹੀ ਹੈ ਇਸ਼ਟ, ਇਸੇ ਤਰ੍ਹਾਂ ਦਾ ਹੀ ਹੈ ਰੱਬ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੜੀ ਅਲੱਹਦਾ ਗੱਲ ਕੀਤੀ। ਉਸ ਨੂੰ ਆਖਿਆ ਭਗਤ ਨਾਮਦੇਵ ਸਾਹਿਬ ਨੇ, ਕਹਿੰਦੇ ਪੰਛੀ ਆਕਾਸ਼ ਵਿੱਚ ਉੱਡਦਾ ਹੈ ਪਰ ਮਗਰ ਲਕੀਰ ਨਹੀਂ ਛੱਡਦਾ। ਪੰਛੀ ਲੰਘ ਗਿਆ ਆਕਾਸ਼ ਵਿੱਚ ਉੱਡਦਾ, ਪਰ ਸਪੇਸ ਵਿੱਚ ਮਗਰ ਕੋਈ ਪਰਛਾਵਾਂ ਨਹੀਂ ਛੱਡ ਕੇ ਗਿਆ ਵੀ ਮੈਂ ਇੱਧਰ ਦੀ ਲੰਘਿਆ। ਜਿਉਂ ਆਕਾਸ਼ੋਂ ਪੰਖੀਅਲ ਹੈ ਖੋਜ ਨਿਰਖਿਓ ਨਾ ਜਾਈ, ਤੁਸੀਂ ਮਗਰ ਜਗ੍ਹਾ ਨਹੀਂ ਲੱਭ ਸਕਦੇ ਕਿ ਕਿਧਰ ਦੀ ਉਹ ਲੰਘ ਗਿਆ ਹੈ। ਪਾਣੀ ਦੇ ਵਿੱਚ ਤੁਸੀਂ ਇੱਕ ਡੰਡਾ ਮਾਰੋ, ਰੂਲ ਮਾਰੋ ਤੇ ਤੁਹਾਨੂੰ ਐਵੇਂ ਲੱਗੇਗਾ ਲਕੀਰ ਪੈ ਗਈ, ਪਰ ਪਾਣੀ ਜਿਸ ਵੇਲੇ ਫੇਰ ਉਸੇ ਤਰ੍ਹਾਂ ਹੋ ਜਾਂਦਾ ਹੈ ਉਛਾੜਾ ਖਾਣ ਤੋਂ ਬਾਅਦ। ਹੁਣ ਦੱਸੋ ਲਕੀਰ ਕਿੱਥੇ? ਜਿਵੇਂ ਪਾਣੀ 'ਚ ਲਕੀਰ ਨਹੀਂ ਖਿੱਚੀ ਗਈ, ਜਿਵੇਂ ਆਕਾਸ਼ ਵਿੱਚ ਲੰਘਦਾ ਹੋਇਆ ਪੰਛੀ ਆਪਣੇ ਪਿੱਛੇ ਕੋਈ ਨਿਸ਼ਾਨ ਨਹੀਂ ਛੱਡ ਕੇ ਗਿਆ, ਇਸ ਨੂੰ ਨਾਮਦੇਵ ਸਾਹਿਬ ਨੇ ਆਖਿਆ ਬਸੈ ਘਟਾ ਘਟ ਲੀਪ ਨਾ ਛਿਪੈ, ਬੰਧਨ ਮੁਕਤਾ ਜਾਤ ਨਾ ਦਿਸੈ। ਕਹਿੰਦੇ ਵਸਦਾ ਹੈ ਹਰ ਘਟ ਦੇ ਵਿੱਚ, ਪਰ ਉਸ ਨੂੰ ਨਾ ਸਾਡੇ ਵਿਕਾਰਾਂ ਦੀ ਕੋਈ ਲੇਸ ਲੱਗਦੀ ਹੈ, ਨਾ ਸਾਡੇ ਪਾਪ ਦੋਸ਼ ਔਗਣ ਤੇ ਗੁਣ, ਕਿਸੇ ਚੀਜ਼ ਦਾ ਪ੍ਰਭਾਵ ਉਹਦੀ ਹਸਤੀ ਉੱਤੇ ਨਹੀਂ ਹੈ, ਸਭਨਾਂ ਦੇ ਵਿੱਚ। ਪਰ ਇਸ ਤਰ੍ਹਾਂ ਉਹ ਸਾਰਿਆਂ ਦੇ ਵਿੱਚ ਕਿਵੇਂ ਹੈ, ਇਸ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਬੰਧਨ ਮੁਕਤਾ ਹੈ। ਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਇੱਕ ਚੰਦਰਮਾ ਆਕਾਸ਼ ਦੇ ਵਿੱਚ, ਸਾਡੀ ਧਰਤੀ ਤੇ ਇੱਕ ਚੰਦਰਮਾ ਸਾਨੂੰ ਰਾਤ ਵੇਲੇ ਆਕਾਸ਼ ਵਿੱਚ ਵਿਖਾਈ ਦਿੰਦਾ ਹੈ। ਸੈਂਕੜੇ ਘੜੇ ਪਾਣੀ ਦੇ ਭਰੇ ਹੋਣ, ਸਾਰਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਵਿਖਾਈ ਦੇਗਾ ਤੁਹਾਨੂੰ, ਪਰ ਉਹ ਹੈ ਤੇ ਇੱਕੋ ਹੀ, ਵਿਖਾਈ ਅਨੇਕ ਘੜਿਆਂ ਦੇ ਵਿੱਚ ਦੇ ਰਿਹਾ ਹੈ, ਪਰ ਉਹ ਭਿੱਜਿਆ ਨਹੀਂ। ਤੁਸੀਂ ਆਪਣਾ ਚਿਹਰਾ ਪਾਣੀ ਦੇ ਖਲੋਤੇ ਹੋਏ ਪਾਣੀ ਵਿੱਚ ਵੇਖੋ, ਤੁਹਾਡਾ ਚਿਹਰਾ ਨਹੀਂ ਭਿੱਜਦਾ, ਪਰ ਤੁਹਾਡਾ ਅਕਸ਼ ਪਾਣੀ ਵਿੱਚ ਵਿਖਾਈ ਦੇ ਜਾਂਦਾ। ਇਵੇਂ ਗੁਰੂਦੇਵ ਕਹਿੰਦੇ ਨੇ ਉਹ ਕਰਤਾ ਹੁਕਮ ਸਰੂਪ ਸੱਤਾ ਰੂਪ ਵਿੱਚ ਸਾਰੇ ਥਾਈਂ ਕੁਦਰਤ ਦੇ ਤਾਣੇ ਬਾਣੇ ਵਿੱਚ ਬਣਤਰ ਵਿੱਚ ਵਸਿਆ ਹੋਇਆ ਹੈ। ਉਹਦਾ ਹੁਕਮ, ਉਹਦੀ ਸੱਤਾ, ਉਹਦੀ ਜੋਤ, ਪਰ ਅਭਿੱਜ ਹੈ, ਨਿਰਲੇਪ ਹੈ,
सारे बंधना तो बिल्कुल वो हस्ती उस तरह ही मुक्त है, उस तरह ही। तो गरीब नवाज जिसनों कहते हैं ਜਿਹੜਾ ਕਰਤਾ ਹੈ, ਫਿਰ ਉਸ ਦੇ ਇਸ ਸਰੂਪ ਨੂੰ ਬਿਆਨ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਸ ਦੇ ਗੁਣ ਬਿਆਨ ਕੀਤੇ ਕਿ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਪਤਿਤ ਪਾਵਨ ਹੈ, ਉਹ ਦੀਨਾ ਬੰਧੂ ਹੈ, ਉਹ ਭਗਤ ਵਸ਼ਲ ਹੈ। ਇਹ ਸਾਰੇ ਉਸ ਦੇ ਗੁਣ ਹਨ। ਉਹ ਰੋਜੀ ਦੇ ਹੰਦ ਹੈ, ਉਹ ਸ੍ਰਿਸ਼ਟੀ ਦਾ ਸਿਰਜਣਹਾਰ ਤੇ ਪਾਲਣਹਾਰ ਹੈ। ਹੁਣ ਇਹ ਜਿਤਨੇ ਵੀ ਗੁਣ ਹਨ, ਇਹਨਾਂ ਦਾ ਚਿੰਤਨ ਕਰਦਿਆਂ ਕਰਦਿਆਂ ਉਸ ਕਰਤੇ ਦੇ इबादत करने वाला, बंदगी करने वाला इन्हां गुणां नूं अपने जीवन विच घटदा होया वेखदा है। मेरा करता सिरजणहार, मैं सृष्टि ते नहीं सिरज सकदा, पर अपने अंदरों चंगे ख्याल ते बुन सकदा हां, चंगे ख्याल ते सिरज सकदा हां। बहुत वड्डी गल है। वो करता इस संसार नूं पालदा है ते सबनां नूं पालदा है, अकिरत घणां नूं भी पालदा है। किसी उत्ते उहदा क्रोध नहीं, किसी उत्ते वो नाराज नहीं, सबना नूं एक सार पाल दे। मेरे अंदर जो उस करते का यह गुण आ जाए तो मैं भी किसी नाल भेद भाव करके अपना फर्ज तो कुताही नहीं करांगा। मेरा करता दीन दयाल है, गरीबां दा मालिक है, तो मेरे अंदर भी उन्हां सबना लई मुहब्बत दी एक सारता होएगी, सांझीवालता होएगी। भाव के हुण मैं जिसनूं फॉलो कर रहा, गुण उहदे मेरे जीवन विच आउणगे, सुभाव ओदा मेरे जीवन। भट्टा ने पता है सतगुरु सच्चे पातशाह ने, वैसे बाणी ये कहती है भी रब अजूनी है, जूना च नहीं आता, पर भट्टा ने पंक्ति कह दी, भन मथुरा कछ भेद नहीं, गुरे अर्जुन प्रतख हर। मतलब हुण कोई ये सोचे भी गुरमत के सिद्धांत तो खिलाफ पंक्ति भगतां भट्टा ने उच्चारण किवें कर दी भी एक पासे तो बाणी ने कहा भी रब जूना च है ही नहीं। भट्टा ने कह दिता भी गुरु अर्जन साहब महाराज सच्चे पातशाह असी तां तैनूं प्रतख हरि दा रूप मनदे हां। रूप मनना ते रब होना दोवां विच एक सूखम अंतर हुंदा। जिवें असी किसी डॉक्टर कोलों इलाज करवाइए, असी महसूस कर लिया भी असी हुण मरन वाले हां, डॉक्टर ने सानूं बचा लिया। हुण साडा जीवन तां करते कुदरत दी रज़ा दे कंट्रोल विच है, पर मौके उत्ते सानू जिथे कि असी सारे ही पूरी तरह नाल ये तैयारी कर बैठे सां भी बस हुण कुछ नहीं हो सकता। डॉक्टर दी जुगत, ओदा हुनर, ओदी कोशिश रंग लियाई, कुदरत दा ऐसा सबब सी, वो हो गया। असी कहा भी ये डॉक्टर तां साडे लई रब बन के पौड़िया, ना तां डॉक्टर रब है ते ना रब नूं डॉक्टर बनने दी लोड़ है। दोवें गल्लां फिलोसफी के तौर पर जुदा जुदा है। ना तो डॉक्टर रब है, क्योंकि वह भी जमन मरण के गेट च उन्हें एक मरीज बचाया, 4 बचाए, 10 बचाए, 20 बचाए, 1000 बचाए, कुछ तो उहदे हथ च मरे भी होणगे। जरूरी तो नहीं भी जिन्होंने उन्हें हथ ला दिता वह बच ही गया। तो एक दिन उसकी अपनी वारी भी तो आएगी जिहड़ा इन्हें मरीजों की देखभाल कर। उदों कुदरत ने हुनर दिता है, कला दी है, काम आ रही है, तो बहुती थाई नहीं भी आउंदी होएगी। ना तो डॉक्टर रब है ते ना रब नूं ही डॉक्टर बन के आउण दी लोड़ है, क्योंकि गुरमत कहती है रब वो सत्ता है जो सारी कुदरत विच व्यापक है। रब वो सत्ता है जिहड़ी सारी कुदरत विच व्यापक है और सारी कायनात नूं चला रहा। पर जिहड़ी जिस भावना चों असीं गल कह रहे हैं, साडा कहण दा भाव यह है भी असी जिथे आस छड्ड बैठे सां उत्थे डॉक्टर दा ज्ञान, उहदी कला, उहदा हुनर काम आया ते सबब ऐसा कुदरत दा बन गया कि साडी बिल्कुल निराश होया नूं इस बंदे ने निराशता चों कढ के जीवन दान दे दिता। इहदे राही होया, इस करके असी मन्निया भी ये तां रब दा ही ढो है, रब दी ही कीती होई है, ये रब बन के बौड़ गया है साडे लई। एक भावना दे विचों ये गल निकलदी है कि करते दा वो गुण वरतिया किसी ना किसी सबब राही तो उसने वरतना ही सी, वो वरत गया। भट्ट साहिबान जदों ये गल कहंदे हन कि धरन गगन नव खंड मह जोत स्वरूपी रहियो भर, भन मथुरा हे मथुरा कह। भन दा अर्थ हुंदा कह, कछ भेद नहीं, भेद कोई नहीं। ये भेद शब्द उन्हें वरतना ही नहीं सी जे गुरु अर्जन साहब रब ही होंदे। भेद शब्द उत्थे वरत्या जाता है जिवें मैं किसी नूं कह लवां
कि मेरे भरा च ते तेरे च कोई फर्क नहीं। ਇਹਦਾ मतलब मैं दोनों की गल कंपेयर कर रहा दो चीज़ां, ਤਾਂ ही गल कहनी पै रही। जो मेरा है ही भरा तो मैनू ये गल कहने की तो लोड़ ही नहीं भी तू मेरे भरा वर्गा है ही भरा। एक वो है जिहड़ा रिश्ते विच उसे ही कुख तो जन्मिया जिस कुख तो मैं जन्मिया, उत्थे ते कहण दी लोड़ नहीं ना भी ये मेरे भरा वर्गा है। ਜਦੋਂ ਤੁਸੀਂ ਇੰਨਾ ਕਹਿ ਦਿਓ ਵੀ ਇਹ ਮੇਰੇ ਭਰਾ ਵਰਗਾ ਹੈ, ਇਹਦਾ ਮਤਲਬ ਹੈ ਵੀ ਇਹ ਰਿਐਲਿਟੀ ਵਿੱਚ ਉਸ ਕੁੱਖ ਤੋਂ ਨਹੀਂ ਜਨਮਿਆ, ਪਰ ਇਹ ਉਸ ਨੂੰ ਆਪਣੇ ਭਰਾ ਵਾਂਗ ਮੰਨਦਾ ਤੇ ਸਮਝਦਾ ਹੈ। ਸਾਡੇ ਸ਼ਬਦ ਹੀ ਸਾਰਾ ਕੁਝ ਸਾਫ਼ ਕਰ ਦਿੰਦੇ ਨੇ। ਤਾਂ ਭੰਨ ਮਥੁਰਾ ਕਛ ਭੇਦ ਨਹੀਂ, ਕੋਈ ਫਰਕ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਅੰਤਰ ਇਸ ਕਰਕੇ ਨਹੀਂ ਵੀ ਜਿਸ ਕਰਤੇ ਨੂੰ ਗੁਰੂ ਜਾਣਦਾ ਹੈ ਉਸ ਕਰਤੇ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੰਡਾਇਆ ਹੈ। जरा भट्टां दे बचन वाल ध्यान दिओ। वो गुरु अर्जन साहब महाराज बारे कहते ने, तैं जनमत गुरमत ब्रह्म पछाण। ये भी बचन भट्टां दा ही है कि तुसी जन्म तो लैके गुरु दी मत राही ब्रह्म नूं पछाणिया है, ब्रह्म नूं जाणिया है, ब्रह्म नूं जीविया है ते ब्रह्म दा रूप हो गए। जिस नूं तुसी गुरमत राही जाणिया, जीविया, हंडाया ते ओदा रूप बन गया। कितनी पॉसिबिलिटी है। गुरु ग्रंथ साहब महाराज कहते हैं कि जिन्हां ने हरी नूं जपिया वो हरी दा ही रूप हो गए ते हरी तो बिना वो किसी दूसरे नूं जानते ही नहीं। जिन्हां ना विसरे नाम से कनेहिया भेद ना जानो मूल साईं जे। उन्हां दी सुरत विच केवल उस करते दे गुणां दा ही वास है और वो अंदरों बाहरों उस करते दे नाल अभेद हन, एक सुर हन। ज्यों जल में जल आए खटाना त्यों ज्योति संग, जोत समाना मिट गए गगन पाए, विश्राम नानक प्रभ कै सतकुरबान। ऐसे सत्यारे जीवन नूं रब वर्गा ही है, करते दे नाल एक सुर हो गया। तो गरीब नवाज इसनूं कहंदे ने, सूरज किरण मिले जल का जल हुआ राम, ज्योति जोत रड़ी संपूर्ण थिया राम। ब्रह्म दिसै ब्रह्म सुनिया एक एक वखाणिया, आत्म पसारा करन हारा प्रभ बिना नहीं जानी। एक चीज़ है, कई बार ਜਿਹੜੇ जिस जगह ते ਅਸੀਂ ਬਾਣੀ ਦੇ ਇਹਨਾਂ ਬਚਨਾਂ ਨੂੰ ਨਿੱਜੀ ਰੂਪ ਵਿੱਚ ਕੋਈ ਬੰਦਾ ਆਪਣੇ ਲਈ ਵਰਤ ਕੇ ਪੂਜਾ ਕਰਵਾਉਂਦੇ ਆ, ਕਿਸੇ ਨੂੰ ਵੇਖਦੇ ਆ ਨਾ ਵੀ ਲਓ ਬਾਣੀ ਦੇ ਇਸ ਕਨਸੈਪਟ ਨੂੰ ਇਹ ਆਪਣੇ ਨਿੱਜ ਵਾਸਤੇ ਵਰਤ ਕੇ ਕਿਵੇਂ ਕੋਡ ਕਰ ਕਰਕੇ ਤੇ ਆਪਣੀ ਪੂਜਾ ਜਾਂ ਆਪਣੇ ਕਿਸੇ ਨਜ਼ਦੀਕੀ ਦੀ ਪੂਜਾ ਦੇ ਬੰਨ ਨੂੰ ਬੰਨ ਰਿਹਾ ਹੈ। ਸਾਡੇ ਮਨ ਅੰਦਰ ਕਈ ਵਾਰ ਨਿਰਾਸ਼ਾ ਹੁੰਦੀ ਹੈ ਤੇ ਨਿਰਾਸ਼ ਹੋ ਕੇ ਅਸੀਂ ਅਗਲਾ ਕਦਮ ਇਹ ਪੁੱਟਦੇ ਹਾਂ भी असी फिर सोचते हैं क्यों ना इन्हां चीज़ों के अर्थ ही बदल दिते जान ताकि बंदा इसकी दुरवरतों ना कर सके। गौर करना एक चीज़ वाल, बाणी की एक पंक्ति है, किसी बंदे ने बाणी की उस पंक्ति नूं अपने निजी फायदे लई, स्वार्थ लई, अपनी पूजा प्रतिष्ठा जां अपने आप नूं महान दस्सण लई वरतनी शुरू कर दी। हालांकि बाणी तां फिलोसफी है, बाणी तां जीवन राह है, सारियां ते बराबर ढुकदी है। जे मैं उसनूं मन लिया ਤਾਂ ਵੀ ਵਾਹ ਭਲਾ, ਜੇ ਅਜੇ ਮੈਨੂੰ ਨਹੀਂ ਸਮਝ ਆਈ ਤੇ ਮੈਂ ਉਸ ਨੂੰ ਸਮਝ ਕੇ ਮੰਨਾਂ, ਇਹ ਮੇਰੇ ਵਾਸਤੇ ਜ਼ਰੂਰੀ ਹੈ। ਪਰ ਕੋਈ ਆਪਣੇ ਨਿੱਜ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਤਰ੍ਹਾਂ ਬਾਣੀ ਦੀ ਜਦੋਂ ਵਰਤੋਂ ਕਰਦਾ ਹੈ, ਮੰਨ ਲਓ ਮੈਂ ਕਰ ਲਵਾਂ ਤੇ ਬਾਣੀ ਦੇ ਆਧਾਰ ਉੱਤੇ ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਾਂ ਵੀ ਮੈਂ ਉਹੀ ਹਾਂ ਜਿਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਨ, ਮੈਂ ਉਹੀ ਗੁਰਮੁਖ ਹਾਂ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਇਆ, मैं उही महान पुरखा जी का जिक्र गुरु ग्रंथ साहब करे। ये है निज लई गुरबाणी दी, गुरबाणी नूं पौड़ी बना के चढ़ना, यानी कि तुसी बाणी नूं निज वास्ते वरत लिया। इस तरह साडे समाज च बहुत होया। असी धार्मिक श्रेणी वाले लोग डिग्रियां देण लग जाते हाँ, कोई चलाना कर गया तो असी इवें कहांगे भी गुरमुख तुर गया है। ये फैसला करना साडा काम नहीं सी, ना ही ये साडी ड्यूटी है। साडी ड्यूटी केवल गुरु ग्रंथ साहब महाराज के मैसेज नूं संगत नाल साझा करना है। डिग्रियां देनियां जां खोणियां ये किसी बंदे दे वस दी गल नहीं, ना ही उन्होंने करन दा हक है, पर कर रहे ने लोग। क्योंकि सानू असी सारे ही दो गल्लां नाल जुड़े हुए हैं। एक तां साडे उत्ते किसी दी कही हुई गल दा, चंगी गल दा असर हुंदा है। किसे कोई सानू चंगा आखे तो सुभावक ही वो मनुख सानू चंगा लगेगा। जे कोई थोड़ी जी सच्चाई साडे सुभाव तो उल्ट वापरी तो हो सकता है साडे मन अंदर उस परसनैलिटी के प्रति, उस बंदे के प्रति कोई ऐसी भावना उपज पवे कि ये तो बंदा ही ठीक नहीं है।
बहुत बार ऐसा वापरता है, गल भावें सही होवे पर कहण वाला सानू बुरा लगन लग जाता है। गल जे साडे सुभाव मुताबक हो जाए असीं कहने वेख्या किड्डी वड्डी वधिया गल करदा है बंदा, क्योंकि साडे मुताबक हो गए। तो साडी भी बहुती बार इहो ही कोशिश हुंदी है भी इस उलझण विच फसना ही क्यों है, तो वध लोग चंगा कहण ते बेहतर है। क्योंकि धार्मिक श्रेणी जिहड़ी वो लोकां ते डिपेंड होई ते लोकां ते डिपेंड होण सदका उहने लोकां दे चेहरे पढ़ने शुरू कीते। जिहड़ी गल विच लोग खुश हुंदे सन उहन बहुतियां गल्लां ओहो ही लोकां तक पहुंचाईਆਂ। बाकी सच्चाई नूं उहने मिलावट खोरा करके कोल रखण दी कोशिश कीती जां उस दे अनर्थ करके लोकां तक पहुंचाउण दी कोशिश की। तो इस तरह जदों वापरन लग्या तां कुछ अपने लई कुछ दूजिਆਂ ਲਈ गुरमुख वेखो तुसीं हैरान होवोगे किसी भी समागम विच गुरमुखताई दीयां डिग्रियां तां साडी श्रेणी वंडदी है, मनमुख दी डिग्री किसी नूं नहीं वंडदी। वो पता किहनूं वंडदी है? जिस दी मेरे नाल बनदी ना होवे ਉਹਨੂੰ मैं कहांगा तूं तां बड़ा मनमुख बंदा है। ते वैसे ओवरआल संगत विच बहुतियां गुरमुखताई दीयां डिग्रियां ही वंਡੀਆਂ जाणगीਆਂ। कोई पैसा बहुता खर्च कर लवे गुरमुख हो गया, किसी ने 4 पाठ वध कर ले गुरमुख बड़ी छेती कि अजे तक कीता है, अजे तक कमाउण दी भाई अगला स्टैप ते कमाउणा है, कमा तां लैण दिओ, पर कह दिता। मनमुख किसी नूं नहीं कहा, हालांकि पता सानू सारिਆਂ ਨੂੰ एक दूजे बारे ਹੁੰਦਾ, क्योंकि मनमुख शब्द साडे कन्नां नूं चंगा नहीं लगदा और कोई भी ये सर्टिफिकेट लेना ही नहीं चाहुंदा। सारे गुरमुख होण दा सर्टिफिकेट लेना चाहुंदे ने, तो उही वंडे जाणगे। सुभावक है, तुसीं मैनूं आखोगे मैं तुहानूं आखांगा, मेरी होमे भी पूरी हो गई, तुहाडी भी हो गई। तो इस तरह का जो खेड वरतारा चलदा है धर्म की दुनिया अंदर, धन गुरु ग्रंथ साहिब महाराज की बाणी की जदों इस ढंग नाल वरतों होएगी तां इत्थे आके असीं गुरु की सिੱਖੀ तो थिड़क जावांगे। हालांकि गुरु ने बाणी च कहा कच पकाई ओथे पाए नानक गया जप गया। कच्चा कौन है पक्का कौन है, तू ते मैं फैसला नहीं करना, साडे फैसले नहीं, ये फैसला करते दा न्यायकारी हुक्म करेगा, ਉਹਦੇ हुक्म मुताबक ही तय होएगा भी कच्चा कौन है पक्का कौन है, ये ਉਹਦੇ कर्म मुताबक है। मैनू जिहड़ी चीज़ चंगी लगी मैं तो उन्होंने कही देंगा भी ये भाई बड़ा गुरमुख है, जिहड़ी मेरे पसंद ना हुई भावें चंगी ही होवे मैं कह देंगा मनमुख है। इस तरह जदों धन गुरु ग्रंथ साहिब जी की बाणी की वरतों होण लगी तो बड़ियां उलझणां खड़ियां हो गईयां। उन्हां उलझणां दे विच ही ये चीज़ चली भी असीं अपने विरोधी लई वो शब्द चुन ले जिहड़े जिन्हां विच मनमुख दा जिक्र है, सागत दा जिक्र है, गुरु तो टुटे होण दा जिक्र है, जिथे सानू सुचेत कीता इन्हां पंक्तियां राहीं। ते असीं अपने निजी लोकां लई ते अपने लई वो शब्द चुन ले जिन्हां विच गुरमुख शब्द की वडियाई है, संत शब्द की वडियाई है, भगत शब्द की वडियाई है। इस तरह गुरु ग्रंथ साहिब महाराज की पावन बाणी नूं असीं अपनी निज दी हों ते ईरखा दे प्रगटावे लई वरतदे रहे ते नतीजा ये निकलिया कि गुरबाणी की सोच तो टुट के असीं गुरमत नूं जी ना सके, ना ही उहो जिहा साडा जीवन बन सके। तो जरूरत की सी ये जानण दी कि गुरबाणी साडा राह दसेरा ते जीवन जुगती है, जो इस विच बयान किया गया मैं उसनूं फॉलो करना मनना। जिहड़ियां चीज़ां तो सुचेत किया गया है भी इन्हां तो बचना है, उन्हां तो बचण दा यतन करना है, क्योंकि जीवन जुगती का मतलब ही होंदा जीवन जीउण दा ढंग है धन गुरु ग्रंथ साहिब महाराज का उपदेश। तो सतगुरु सच्चे पातशाह धन गुरु नानक महाराज कहते ने जिन्हां ने करते दे गुणां नाल सांझ बनाई वो करते दे नाल एक सुर हो गए, जिसनूं गुरु तेग बहादुर महाराज कहते गुण गोबिंद गायो नहीं जन्म अकारथ कीन। अकारथ दा अर्थ हुंदा है नकारात्मक व्यर्थ, अजाई चलिया गया, भाव जी दे च क्वालिटी कोई नहीं सी। वैसे दुनिया की हर चीज़ अपनी अपनी क्वालिटी करके जानी जाती है, जिहड़ी चीज़ कौड़ी है कड़तन ही उहदी क्वालिटी है, जिहड़ी चीज़ मिठी है मिठास ही उहदी क्वालिटी है। इसे ढंग दे नाल हर एक कुदरत की हर एक चीज़ जिहड़ी है कुदरती तौर उत्ते जिहड़ी उहदे विच क्वालिटी है
ਅਸੀਂ ਉਹਨੂੰ ਉਹਦੀ ਉਸ ਕੁਆਲਿਟੀ ਕਰਕੇ ਖਰੀਦਦੇ ਹਾਂ ਜਾਂ ਉਸ ਨਾਲ ਸਾਂਝ ਬਣਾਉਂਦੇ ਜਾਂ ਉਹਦੀ ਵਰਤੋਂ ਕਰਦੇ ਹਾਂ। ਜੇ ਉਹੋ ਜਿਹੀ ਚੀਜ਼ ਉਹਦੇ ਵਿੱਚ ਭਲਾ ਨਾ ਨਿਕਲੇ ਤਾਂ ਅਸੀਂ ਕਹਿੰਦੇ ਇਹ ਤਾਂ ਕਿਸੇ ਕੰਮ ਦੀ ਨਹੀਂ ਨਿਕਲੀ। ਤੁਸੀਂ ਫਲ ਖਰੀਦਦੇ ਹੋ, ਉਹਦੇ ਵਿੱਚ ਕੁਝ ਮਿਠਾਸ ਕੁਝ ਰਸ ਚਾਹੁੰਦੇ ਹੋ, ਉਸ ਫਲ ਦੇ ਹਿਸਾਬ ਨਾਲ ਜੋ ਉਹਦੇ ਵਿੱਚ ਮਿਠਾਸ ਨਾ ਹੋਵੇ ਤੁਸੀਂ ਆਖੋਗੇ ਵਾਧੂ ਪੈਸੇ ਖਰਚ ਲੈ, ਫਾਇਦਾ ਤਾਂ ਕੁਝ ਹੋਇਆ ਹੀ ਨਹੀਂ, ਇਹਦੇ ਚੋਂ ਸਵਾਦ ਉਹ ਰਸ ਤੇ ਹੈ ਹੀ ਨਹੀਂ, ਜਿਸ ਕਰਕੇ ਇਹਨੂੰ ਖਰੀਦਿਆ ਗਿਆ। ਯਾਨੀ ਕਿ ਕੁਦਰਤ ਨੇ ਜਿਹੜੀ ਉਸ ਚੀਜ਼ ਵਿੱਚ ਉਹਦੇ ਹਿਸਾਬ ਨਾਲ ਕੁਆਲਿਟੀ ਪਾਈ ਹੈ, ਤੁਸੀਂ ਉਹਦਾ ਕਰਕੇ ਉਹਨੂੰ ਖਰੀਦਿਆ, ਤੇ ਜਦੋਂ ਉਹ ਚੀਜ਼ ਉਹਦੇ ਵਿੱਚ ਨਾ ਹੋਈ ਤਾਂ ਤੁਹਾਨੂੰ ਇਹ ਗੱਲ ਖਟਕੇਗੀ, ਤਕਲੀਫ ਦੇਵੇਗੀ ਕਿ ਅਸੀਂ ਇਹਨੂੰ ਕਿਉਂ ਐਵੇਂ ਖਰੀਦ ਲਿਆ, ਇਹਦਾ ਸੌਦਾ ਕਿਉਂ ਕਰ ਲਿਆ। ਗੁਰੂ ਮਹਾਰਾਜ ਕਹਿੰਦੇ ਨੇ, ਹੇ ਮਨੁੱਖ, ਤੈਨੂੰ ਕਰਤੇ ਨੇ ਕੁਦਰਤ ਨੇ ਇਨਸਾਨ ਬਣਾਇਆ, ਮਨੁੱਖ ਬਣਾਇਆ, ਤੇਰੇ ਵਿੱਚ ਮਨੁੱਖਤਾਵਾਦੀ ਜਿਹੜੇ ਗੁਣ ਹਨ ਉਹੀ ਤੇਰੀ ਅਸਲ ਪਛਾਣ ਨੇ। ਜੇ ਉਹ ਹੈ ਨਹੀਂ ਤੇ ਤੂੰ ਪਸ਼ੂ ਸਮਾਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਤੂੰ ਕੁਦਰਤ ਦਾ ਬੰਦਾ ਹੈ, ਕਾਦਰ ਦੀ ਕ੍ਰਿਤ ਹੈ, ਉਹਦੀ ਬਣਤਰ ਹੈ। ਇਸ ਵਾਸਤੇ ਤੇਰਾ ਜੀਵਨ ਸਕਾਰਥਾ ਕਦੋਂ ਹੁੰਦਾ ਹੈ, ਸਫਲਾ ਕਦੋਂ ਹੁੰਦਾ ਹੈ, ਜੇ ਤੇਰੇ ਵਿੱਚ ਉਸ ਕਰਤੇ ਦੇ ਗੁਣ ਹੋਣ। ਜੇ ਤੇਰੇ ਜੀਵਨ ਵਿੱਚ ਉਸ ਕਰਤੇ ਦੇ ਗੁਣ, ਉਹਦੀ ਯਾਦ ਹੋਵੇ, ਤੇ ਜੇ ਤੂੰ ਉਹਨਾਂ ਨਾਲ ਸਾਂਝ ਨਹੀਂ ਬਣਾਈ ਫਿਰ ਤੇਰਾ ਜੀਵਨ ਵਿਅਰਥ ਹੀ ਵਿਅਰਥ ਹੈ, ਫਿਰ ਤੇਰਾ ਜੀਵਨ ਅਕਾਰਤ ਹੈ। ਜਿਹੜੇ ਕਰਮ ਪਸ਼ੂ ਕਰਦਾ ਹੈ ਉਹੀ ਸੁਭਾਅ ਤੇਰੇ ਵਿੱਚ ਨੇ, ਫਿਰ ਤਾਂ ਤੇਰੇ ਕੋਲ ਬਹਿਣਾ ਤੇ ਪਸ਼ੂ ਨਾਲ ਵਰਤਣਾ ਇੱਕੋ ਹੀ ਗੱਲ ਹੋ ਗਈ ਨਾ। ਕਿਉਂਕਿ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ, ਗੁਰਮੰਤਰ ਹੀਣ ਸੁਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਨੈ, ਕੂਕਰੈ ਸੂਕਰੈ ਗਰਦਬੈ, ਕਾਕੈ ਸਰਪਨੈ ਤੁਲ ਖਲਹ। ਕਾਂ ਦੇ ਸਮਾਨ, ਕੁੱਤੇ ਦੇ ਸਮਾਨ, ਸੂਰ ਦੇ ਸਮਾਨ, ਗਧੇ ਦੇ ਸਮਾਨ ਔਰ ਸੱਪ ਦੇ ਸਮਾਨ ਉਹਨਾਂ ਦੀ ਜ਼ਿੰਦਗੀ ਹੈ, ਉਹਨਾਂ ਦਾ ਕਰਮ ਹੈ ਜੀਵਨ ਦਾ, ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਨਹੀਂ ਹੈ। ਭਾਵ ਜਿਨ੍ਹਾਂ ਨੇ ਪਸ਼ੂ ਬਿਰਤੀ ਹੀ ਹੰਢਾਈ ਤੇ ਉਹਦੇ ਮੁਤਾਬਕ ਚੱਲ ਰਹੇ ਨੇ, ਉਹ ਬਾਹਰੋਂ ਤਾਂ ਇਨਸਾਨ ਨੇ ਪਰ ਸੁਭਾਵਕ ਵਿਹਾਰ ਕਰਕੇ ਉਹ ਪਸ਼ੂ ਹੀ ਹਨ। ਪਰ ਮੈਂ ਇੱਕ ਉਦਾਹਰਣ ਅਕਸਰ ਸਾਂਝੀ ਕਰਦਾ ਹਾਂ, ਸ਼ਾਇਦ ਉਹਨਾਂ ਖਤਰਾ ਮਨੁੱਖ ਨੂੰ, ਵੇਖੋ ਅਸੀਂ ਸਮਾਜ ਵਿੱਚ ਰਹਿ ਰਹੇ, ਇੱਥੇ ਕੋਈ ਏਡੀ ਵੱਡੀ ਗੱਲ ਤਾਂ ਹੈ ਨਹੀਂ ਵੀ ਇੱਥੇ ਕੋਈ ਜੰਗਲ ਚੋਂ ਅਜਗਰ ਆਏਗਾ ਤੇ ਸਾਨੂੰ ਖਾ ਜਾਏਗਾ, ਕੋਈ ਚੀਤਾ ਭਾਲੂ ਆਏਗਾ ਤੇ ਸਾਨੂੰ ਖਾ ਜਾਏਗਾ, ਕੋਈ ਬਹੁਤ ਵੱਡਾ ਭੇੜੀਆ ਜੰਗਲ ਚੋਂ ਨਿਕਲ ਕੇ ਆਏਗਾ ਸਾਡੇ ਸ਼ਹਿਰ ਵਿੱਚ ਤੇ ਸਾਨੂੰ ਸਾਰਿਆਂ ਨੂੰ ਖਾ ਜਾਏਗਾ। ਅਸੀਂ ਮਜਬੂਰ ਹਾਂ ਇੱਕ ਦੂਸਰੇ ਤੋਂ ਬਚਣ ਵਾਸਤੇ, ਰਹਿੰਦੇ ਸਾਰੇ ਹੀ ਮਨੁੱਖ ਹਾਂ, ਸਾਰੇ ਮਨੁੱਖ ਹੀ ਆ ਨਾ। ਇਹ ਤਾਂ ਨਹੀਂ ਕਹਿ ਸਕਦੇ ਵੀ ਸਾਡੇ ਇਸ ਸ਼ਹਿਰ ਦੇ ਵਿੱਚ ਭਾਈ ਇੰਨੇ ਭਾਲੂ, ਇੰਨੇ ਚੀਤੇ, ਇੰਨੇ ਸ਼ੇਰ, ਇੰਨੇ ਸੱਪ ਰਹਿੰਦੇ ਹਨ ਤੇ ਇੰਨੇ ਕੀ ਬੰਦੇ ਹਨ, ਇਸ ਕਰਕੇ ਸਾਨੂੰ, ਅਸੀਂ ਬੰਦੇ ਥੋੜੇ ਹਾਂ, ਸਾਨੂੰ ਤਾਂ ਖਤਰਾ ਹੈ। ਸਾਰੇ ਹੀ ਅਸੀਂ ਬੰਦੇ ਹੀ ਹਾਂ ਸਾਰੇ ਸ਼ਹਿਰ ਵਿੱਚ, ਖਤਰਾ ਕਿਹਦੇ ਕੋਲੋਂ ਹੈ? ਬੰਦੇ ਕੋਲ। ਹੁਣ ਕਿਸੇ ਦੇ ਲੇਬਲ ਨਹੀਂ ਲੱਗਾ ਹੋਇਆ ਵੀ ਆਹ ਬੰਦਾ ਖਤਰਨਾਕ ਹੈ, ਇਹ ਚੋਰੀ ਕਰ ਸਕਦਾ ਹੈ, ਇਹ ਡਾਕਾ ਕਰ ਸਕਦਾ ਹੈ, ਕਤਲ ਕਰ ਸਕਦਾ ਹੈ, ਇਹ ਫਰਾਡ ਕਰ ਸਕਦਾ ਹੈ। ਕੀ ਪਤਾ ਕਿਸ ਦੇ ਮਨ ਵਿੱਚ ਕਿਹੜੇ ਵੇਲੇ ਕਿਹੜਾ ਪਸ਼ੂ ਉੱਠ ਕੇ ਖਲੋ ਜਾਏ ਤੇ ਉਹ ਸਾਡੇ ਲਈ ਨੁਕਸਾਨਦੇਹ ਸਾਬਤ ਹੋ ਜਾਏ। ਬਸ ਸਾਨੂੰ ਖਤਰਾ ਹੈ ਮਨੁੱਖ ਦੇ ਅੰਦਰ ਪਈ ਹੋਈ ਪਸ਼ੂ ਬ੍ਰਿਤੀ ਤੋਂ, ਸਾਨੂੰ ਖਤਰਾ ਹੈ ਮਨੁੱਖ ਦੇ ਅੰਦਰ ਸੁੱਤੇ ਹੋਏ ਸ਼ੈਤਾਨ ਤੋਂ। ਜਦੋਂ ਵੀ ਕਿਧਰੇ ਉਹ ਜਾਗਿਆ, ਜਦੋਂ ਵੀ ਇਹਦੇ ਅੰਦਰ ਪਸ਼ੂ ਬਿਰਤੀ ਮਾੜੀ ਸੰਗਤ ਤੇ ਵਾਸ਼ਨਾ ਕਰਕੇ ਉੱਠੀ, ਇਸੇ ਨੇ ਤਬਾਹੀ ਦਾ ਕਾਰਨ ਬਣ ਜਾਣਾ। ਇਸੇ ਉਹ ਖਤਰੇ ਦੀਆਂ ਸੰਭਾਵਨਾਵਾਂ ਇਹਦੇ ਅੰਦਰ ਪਈਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀਕਾਰ ਇਸੇ ਕਰਕੇ ਉਹ ਬਾਰ-ਬਾਰ ਅਰਦਾਸ ਰੂਪ ਵਿੱਚ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਸ ਲੋਭ ਦੀ ਛਲ ਤੋਂ ਮੈਨੂੰ ਬਚਾਈ। ਹੇ ਅਕਾਲ ਪੁਰਖ ਵਾਹਿਗੁਰੂ, ਇਸ ਵਾਸ਼ਨਾ ਤੋਂ ਮੈਨੂੰ ਬਚਾ ਕੇ ਰੱਖੀ। ਕਿਉਂਕਿ ਸਾਰੇ ਖਤਰੇ ਸਾਡੇ ਅੰਦਰ ਹੀ ਪੜਦੇ ਨੇ, ਸਾਡੀ ਸੋਚ ਵਿੱਚ, ਸਾਡੇ ਮਨ ਵਿੱਚ, ਸਾਡੀ ਸੁਰਤ ਵਿੱਚ। ਜਿਸ ਚੀਜ਼ ਵੱਲ ਸਾਡੀ ਸੁਰਤ ਬਾਰ-ਬਾਰ ਔੜਦੀ ਰਹੀ ਤੇ ਸਾਂਝ ਬਣਾਉਂਦੀ ਰਹੀ, ਕਰਮ ਵੀ ਉਹਦੇ ਮੁਤਾਬਕ ਬਣਦਾ। ਤੋ ਜਿਸ ਚੀਜ਼ ਦਾ ਜ਼ੋਰ ਪੈ ਗਿਆ ਜੀਵਨ ਵਿੱਚ, ਉਹ ਵਿਹਾਰ ਦਾ ਹਿੱਸਾ ਬਣੇਗੀ, ਕਰਮ ਉਹਦੇ ਰਾਹੀਂ ਉਹੋ ਹੀ ਹੋ ਜਾਏਗਾ। ਤੋ ਗੁਰੂ ਮਹਾਰਾਜ ਇੱਥੇ ਸ਼ਬਦ ਵਰਤਦੇ ਹਨ, ਮਗਰ ਮਾਹ ਭਲਾ। ਸਤਿਗੁਰੂ ਆਖਦੇ ਉਹਨਾਂ ਵਾਸਤੇ ਇਹ ਸਮਾਂ ਵੀ ਭਲਾ ਹੈ, ਸੁਹਾਵਣਾ ਹੈ। ਹਰ ਗੁਣ ਅੰਕ ਸਮਾਵੇ, ਜਿਹੜੇ ਕਰਤੇ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਅੰਕ ਉਹਦੇ ਨਾਲ ਮਿਲ ਜਾਂਦੇ ਹਨ। ਅੰਕ ਦਾ ਅਰਥ ਹੁੰਦਾ ਹੈ ਇੱਕ ਸੁਰ ਹੋ ਜਾਣਾ। ਤੋ ਮਹਾਰਾਜ ਕਹਿੰਦੇ ਨੇ, ਗੁਣਵੰਤੀ ਗੁਣ ਰਵੈ,
ਜਿਹੜੇ ਗੁਣਵੰਤੀ ਭਾਵ ਗੁਣਾਂ ਵਾਲੇ ਜੀਵਨ ਵਾਲੇ ਹਨ, ਜਿਨ੍ਹਾਂ ਨੇ ਕਰਤੇ ਦੀ ਯਾਦ ਨੂੰ, ਉਹਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ, ਸਤਿਗੁਰੂ ਕਹਿੰਦੇ ਨੇ ਉਹ ਸਦਾ ਹੀ ਫਿਰ ਉਹਦੇ ਗੁਣਾਂ ਨਾਲ ਹੀ ਪਿਆਰ ਰੱਖਦੇ ਨੇ, ਸਦਾ ਉਹਦੇ ਗੁਣਾਂ ਨਾਲ ਹੀ ਸਾਂਝ ਬਣਾਉਂਦੇ ਨੇ। ਮੈਂ ਫਿਰ ਨਿਹਚਲ ਭਾਵੈ, ਗੁਰੂ ਨਾਨਕ ਮਹਾਰਾਜ ਕਹਿੰਦੇ ਮੇਰੀ ਇਸ ਜਿੰਦ ਨੂੰ ਹੁਣ ਕੇਵਲ ਉਹ ਸਦਾ ਰਹਿਣ ਵਾਲਾ, ਨਿਹਚਲ ਦਾ ਜਿਹੜਾ ਚੱਲਦਾ ਨਹੀਂ, ਜਿਹੜਾ ਖਤਮ ਨਹੀਂ ਹੁੰਦਾ, ਨਿਹਚਲ ਜੋ ਚਲਾਏਮਾਨ ਨਹੀਂ, ਉਹ ਭਾ ਗਿਆ ਹੈ। ਮੇਰੇ ਮਨ ਨੂੰ ਸਦਾ ਰਹਿਣ ਵਾਲੇ ਕਰਤੇ ਪ੍ਰਭੂ ਦੀ ਯਾਦ ਚੰਗੀ ਲੱਗਣ ਲੱਗ ਪਈ ਹੈ। ਔਰ ਕਹਿੰਦੇ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ, ਉਹ ਜੋ ਸੁਜਾਨ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਸੁਗੜ ਤੇ ਸਿਆਣਾ ਹੈ, ਜੋ ਅਕਲ ਦਾ ਕੋਟ ਹੈ, ਹਜ਼ੂਰ ਕਹਿੰਦੇ ਨੇ ਉਹੀ ਕਾਇਮ ਰਹਿਣ ਵਾਲਾ ਹੈ। ਬਾਕੀ ਸਾਰਾ ਜਗਤ ਤੇ ਚੰਚਲ ਹੈ, ਉਪਜਦਾ ਬਿਨਸਦਾ ਹੈ, ਖਤਮ ਹੁੰਦਾ ਹੈ, ਨਾਸ਼ ਹੁੰਦਾ ਹੈ। ਗਿਆਨ ਧਿਆਨ ਗੁਣ ਅੰਕ ਸੁਮਾਣੇ ਪ੍ਰਭ ਭਾਣੇ ਤਾਂ ਪਾਇਆ। ਹਜ਼ੂਰ ਮਹਾਰਾਜ ਕਹਿੰਦੇ ਹੁਣ ਗਿਆਨ, ਪ੍ਰਭੂ ਦੇ ਤਤ ਗਿਆਨ ਦੀ, ਗੁਣਾਂ ਦੀ ਸੋਝੀ ਅੰਦਰ ਆ ਗਈ, ਰੱਬ ਦੇ ਗਿਆਨ ਨਾਲ ਜਾਣ ਪਛਾਣ ਹੋ ਗਈ। ਧਿਆਨ ਦਾ ਅਰਥ ਹੈ ਸੁਰਤ ਦਾ ਟਿਕਾਓ, ਉਸ ਰੱਬ ਦੇ ਗੁਣਾਂ ਵਿੱਚ ਬਣ ਗਿਆ। ਗੁਣ ਅੰਕ ਸਮਾਣੇ, ਜਦੋਂ ਗੁਣ ਮੇਰੇ ਜੀਵਨ ਵਿੱਚ ਮਨ ਵਿੱਚ ਵਸ ਗਏ ਤੇ ਮੇਰਾ ਮਿਲਾਪ ਉਸ ਪ੍ਰਭੂ ਦੀ ਹਸਤੀ ਨਾਲ ਹੋਇਆ। ਪ੍ਰਭ ਭਾਣੇ ਤਾਂ ਪਾਇਆ, ਪਰ ਇਸ ਵਿੱਚ ਮੇਰੀ ਕੋਈ ਚਤੁਰਾਈ ਨਹੀਂ, ਇਹ ਉਹਦੀ ਬਖਸ਼ਿਸ਼, ਇਹ ਉਹਦੀ ਰਜ਼ਾ ਤੇ ਉਹਦੀ ਕਿਰਪਾ ਸਦਕਾ ਹੈ। ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੇ। ਕਹਿੰਦੇ ਹੁਣ ਕਰਤੇ ਦੀ ਯਾਦ ਹੀ ਮੇਰਾ ਅਸਲ ਗੀਤ ਬਣ ਗਈ ਹੈ, ਜਿਹੜਾ ਗੀਤ ਸਦਾ ਹੀ ਮੇਰੇ ਧੁਰ ਹਿਰਦੇ ਤੇ ਮੇਰੇ ਮਨ ਅੰਦਰ ਗੂੰਜਦਾ ਰਹਿੰਦਾ ਹੈ। ਇਹੀ ਉਸ ਦੇ ਹੁਕਮ ਦਾ ਨਾਦ ਹੈ, ਇਹੀ ਮੇਰੀ ਅਸਲ ਕਾਵ ਤੇ ਕਵਿਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਇਹ ਸੁਣ ਕੇ ਰਾਬੀ ਉਸ ਕਰਤਾ ਜੋ RAM ਹੈ, ਸਰਵ ਵਿਆਪਕ ਹੈ, ਉਹਦੇ ਨਾਮ ਨਾਲ ਸਾਂਝ ਬਣਾ ਕੇ ਮੇਰੇ ਆਤਮਿਕ ਮਾਨਸਿਕ ਸਾਰੇ ਕਲੇਸ਼ ਦੂਰ ਚਲੇ ਗਏ ਹਨ। ਨਾਨਕ ਸਾ ਧਨ ਨਾਹ ਪਿਆਰੀ, ਇਹ ਨਾਨਕ ਉਹ ਜਿੰਦ ਉਸ ਕਰਤੇ ਪ੍ਰਭੂ ਨੂੰ ਸਦਾ ਹੀ ਪਿਆਰੀ ਲੱਗਦੀ ਹੈ, ਉਹਦੇ ਦਰ ਤੇ ਕਬੂਲ ਤੇ ਪ੍ਰਵਾਨ ਪੈ ਜਾਂਦੀ ਹੈ। ਆਪ ਭਗਤੀ ਫਿਰ ਆਗੇ, ਜਿਸ ਨੂੰ ਮਹਾਰਾਜ ਕਹਿੰਦੇ ਨੇ ਦਿਲੀ ਪਿਆਰ ਜਿਸ ਜਿੰਦ ਦਾ ਉਸ ਕਰਤੇ ਦੇ ਗੁਣਾਂ ਨਾਲ, ਉਹ ਜਿੰਦ ਉਹ ਜੀਵਨ ਉਸ ਕਰਤੇ ਦੇ ਦਰ ਪ੍ਰਵਾਨ ਚੜ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨੇ, ਪਾਵਨ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਕਦਮ ਸਾਹਿਬ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ